पिछले टॉपिक विच आपां बेटे मौसम ਅਤੇ जलवायु ਦੇ अंतर बारे जानिया। आपां ਇਹ ਵੀ देखिया कि जलवायु ਨੂੰ प्रभावित ਕਰਨ ਵਾਲੇ ਕਿਹੜੇ-ਕਿਹੜੇ ਤੱਤ ਹਨ, ਜਿਵੇਂ ਭੂ-ਮੱਧ ਰੇਖਾ ਤੋਂ ਦੂਰੀ, ਸਮੁੰਦਰ ਤੋਂ ਦੂਰੀ, ਉਸ ਤੋਂ ਅੱਗੇ ਸਮੁੰਦਰ ਤੋਂ ਉਚਾਈ, ਧਰਾਤਲੀ ਅਸਰ, ਪੌਣਾਂ ਦਾ ਪ੍ਰਭਾਵ, ਪੱਛਮੀ ਅਤੇ ਪੂਰਬੀ ਜੈਟ ਸਟਰੀਮ ਦਾ ਅਸਰ, ਇਹ ਸਭ ਆਪਾਂ ਦੇਖਿਆ। ਉਸ ਤੋਂ ਬਾਅਦ ਆਪਾਂ ਇਹ ਵੀ ਦੇਖਿਆ ਜਲਵਾਯੂ ਦਾ ਮਨੁੱਖੀ ਜੀਵਨ 'ਤੇ ਕੀ ਪ੍ਰਭਾਵ ਪੈਂਦਾ ਹੈ। ਹੁਣ ਅਗਲੇ ਟੌਪਿਕ ਵਿੱਚ ਆਪਾਂ ਵਰਖਾ ਬਾਰੇ ਵਿਸਤਾਰ ਨਾਲ ਜਾਣਕਾਰੀ ਹਾਸਲ ਕਰਾਂਗੇ। ਹਾਂਜੀ ਬੇਟਾ, ਤੁਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹੋ ਕਿ ਬੱਦਲਾਂ ਦਾ ਨਿਰਮਾਣ ਕਿਵੇਂ ਹੁੰਦਾ ਹੈ। ਸਮੁੰਦਰਾਂ ਮਹਾਸਾਗਰਾਂ ਦਾ ਪਾਣੀ ਜਦੋਂ ਵਾਸ਼ਪੀਕਰਨ ਬਣ ਕੇ ਉੱਪਰ ਨੂੰ ਉੱਠਦਾ ਹੈ ਤਾਂ ਇਹ ਇੱਕ ਅਜਿਹੀ ਉਚਾਈ 'ਤੇ ਪਹੁੰਚ ਜਾਂਦਾ ਹੈ ਜਿੱਥੇ ਠੰਡਾ ਹੋ ਕੇ ਜਲ ਵਾਸ਼ਪਾਂ ਦਾ ਰੂਪ ਧਾਰਨ ਕਰ ਲੈਂਦਾ ਹੈ, ਅਤੇ ਇਹ ਜਲ ਵਾਸ਼ਪ ਇਕੱਠੇ ਹੋ ਕੇ ਬੱਦਲਾਂ ਦਾ ਰੂਪ ਧਾਰਨ ਕਰ ਲੈਂਦੇ ਆ। ਅਤੇ ਜਦੋਂ ਧਰਤੀ ਦੀ ਗੁਰਤਾ ਸ਼ਕਤੀ ਇਹਨਾਂ ਨੂੰ ਆਪਣੇ ਵੱਲ ਖਿੱਚਣ ਲੱਗਦੀ ਹੈ ਤਾਂ ਇਹ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਹੇਠਾਂ ਆਉਣੇ ਸ਼ੁਰੂ ਹੋ ਜਾਂਦੇ ਆ, ਜਿਨ੍ਹਾਂ ਨੂੰ ਆਪਾਂ ਸੰਘਨਨ ਜਾਂ ਕੰਡੈਂਸੇਸ਼ਨ ਕਹਿੰਦੇ ਹਾਂ। ਅਤੇ ਜਦੋਂ ਇਹਨਾਂ ਦੀ ਨਵੀਂ ਸਹਾਰਨ ਦੀ ਸ਼ਕਤੀ ਖਤਮ ਹੁੰਦੀ ਹੈ, ਇਹ ਉਦੋਂ ਹੀ ਥੱਲੇ ਆਉਂਦੇ ਹੈ। ਅਤੇ ਆਮ ਲੋਕ ਕਹਿੰਦੇ ਹੋਏ ਕਿ ਬੱਦਲ ਗਰਜਦੇ ਪਏ ਆ, ਇਹ ਪਾਣੀ ਨਾਲ ਰੱਜੇ ਹੋਏ ਆ, ਜਦ ਕਿ ਉਹ ਭੌਤਿਕ ਵਿਗਿਆਨ ਦੇ ਨਿਯਮਾਂ ਦੇ ਆਧਾਰਿਤ ਹੁੰਦਾ ਹੈ। ਅਤੇ ਇਹ ਬੂੰਦਾਂ ਜਿਹੜੀਆਂ ਧਰਤੀ 'ਤੇ ਆਉਂਦੀਆਂ ਬੇਟਾ, ਇਸੇ ਨੂੰ ਆਪਾਂ ਵਰਖਾ ਕਹਿੰਦੇ ਹਾਂ। ਇੱਕ ਵਾਰ ਬੇਟਾ ਕੀ ਹੋਇਆ, ਇੱਕ ਟੀਚਰ ਨੇ ਕਲਾਸ ਵਿੱਚ ਪੁੱਛਿਆ, ਬੱਚਿਓ ਦੱਸੋ ਵਰਖਾ ਕਿੰਨੀ ਕਿਸਮ ਦੀ ਹੁੰਦੀ ਹੈ। ਅਤੇ ਇੱਕ ਬੱਚੇ ਨੂੰ ਸਾਰਾ ਕੁਛ ਆਉਂਦਾ, ਜਿਵੇਂ ਇਹੋ ਜਿਹੇ ਬੱਚੇ ਹੁੰਦੇ ਨਾ ਕੁਝ ਸਰਵ ਗਿਆਨੀ, ਉਹਨੇ ਹੱਥ ਖੜ੍ਹਾ ਕਰ ਲਿਆ। ਅਧਿਆਪਕ ਨੇ ਪੁੱਛਿਆ, ਹਾਂ ਬੱਚਾ ਦੱਸੋ। ਉਹ ਕਹਿੰਦਾ, ਟੀਚਰ ਜੀ 2 ਤਰ੍ਹਾਂ ਦੀ ਵਰਖਾ ਹੁੰਦੀ ਹੈ। ਅਤੇ ਟੀਚਰ ਨੇ ਨਾਲ ਹੀ ਪੁੱਛਿਆ 35 ਸੱਟੇ ਵੀ ਪੁੱਤ ਦੱਸੋ ਕਿਹੜੇ ਹੁੰਦੇ ਆ, ਕਿਹੜੇ ਕਿਸਮ ਦੀ ਤੇਰੀ ਵਰਖਾ। ਉਹਨੇ ਦੱਸਿਆ, ਟੀਚਰ ਜੀ ਇੱਕ ਤਾਂ ਹੁੰਦੀ ਗਿੱਲੀ ਵਰਖਾ ਅਤੇ ਇੱਕ ਹੁੰਦੀ ਸੁੱਕੀ ਵਰਖਾ। ਹੁਣ ਟੀਚਰ ਦਾ ਇੰਟਰਸਟ ਜਾਗ ਪਿਆ ਕਿ ਮਹਾਰਥੀ ਜਿਹੜੇ ਆ ਇਹਨਾਂ ਤੋਂ ਹੁਣ ਐਕਸਪਲੇਨ ਵੀ ਕਰਵਾਇਆ ਜਾਵੇ। ਤਾਂ ਟੀਚਰ ਜੀ ਨੇ ਪੁੱਛਿਆ, ਬੇਟਾ ਦੱਸੋ ਗਿੱਲੀ ਵਰਖਾ ਕਿਹੜੀ ਹੁੰਦੀ ਹੈ ਅਤੇ ਸੁੱਕੀ ਵਰਖਾ ਕਿਹੜੀ ਹੁੰਦੀ ਹੈ। ਉਸ ਬੱਚੇ ਨੇ ਦੱਸਿਆ, ਸਰ ਜੀ ਜਦੋਂ ਤਾਂ ਮੀਂਹ ਬਹੁਤ ਤੇਜ਼ ਪੈਂਦਾ ਸਭ ਕੁਝ ਗਿੱਲਾ ਹੋ ਜਾਂਦਾ, ਸਾਰੇ ਕਿਤੇ ਪਾਣੀ ਹੋ ਜਾਂਦਾ, ਉਸ ਨੂੰ ਆਪਾਂ ਗਿੱਲੀ ਵਰਖਾ ਕਹਿੰਦੇ ਹਾਂ। ਸੁੱਕੀ ਵਰਖਾ ਉਹ ਹੁੰਦੀ ਹੈ ਜਿਹੜੀਆਂ 2-4 ਕਣੀਆਂ ਪੈ ਕੇ ਹਟ ਜਾਂਦੀ ਹੈ ਅਤੇ ਧੁੱਪ ਨਿਕਲ ਆਉਂਦੀ ਹੈ ਅਤੇ ਠੰਡਕ ਹੋਣ ਦੀ ਬਜਾਏ ਹੋਰ ਜ਼ਿਆਦਾ ਗਰਮੀ ਹੋ ਜਾਂਦੀ ਹੈ। ਟੀਚਰ ਨੂੰ ਅੰਦਰੋਂ ਹਾਸਾ ਆਇਆ ਕਿ ਬੱਚੇ ਨੇ ਆਪਣੀ ਇੱਕ ਧਾਰਨਾ ਬਣਾਈ ਹੋਈ ਹੈ। ਬੇਟਾ ਇਸੇ ਤਰ੍ਹਾਂ ਭੂਚਾਲ ਨਾਲ ਸੰਬੰਧਿਤ, ਬੱਦਲਾਂ ਦੇ ਗਰਜਨ ਨਾਲ ਸੰਬੰਧਿਤ, ਹੋਰ ਜਿਹੜੇ ਕੁਦਰਤੀ ਵਰਤਾਰੇ ਹੈ ਇਹਨਾਂ ਨਾਲ ਸੰਬੰਧਿਤ ਬਹੁਤ ਧਾਰਨਾਵਾਂ ਬਣੀਆਂ ਹਨ। ਅਤੇ ਆਪਾਂ ਉਸੇ ਤਰ੍ਹਾਂ ਬੋਲਦ ਦੇ ਸਿੰਘ ਹਿਲਾਈ ਜਾਂਦੇ ਹਾਂ ਅਤੇ ਆਪਾਂ ਕਹਿ ਦਿੰਦੇ ਹਾਂ ਭੂਚਾਲ ਆ ਗਿਆ। ਪਰ ਵਿਗਿਆਨਕ ਤਰੱਕੀ ਹੋਣ ਦੇ ਨਾਲ ਹੁਣ ਬਹੁਤ ਜ਼ਿਆਦਾ ਜਾਣਕਾਰੀ ਵੱਧ ਗਈ ਹੈ। ਆਓ ਹੁਣ ਆਪਾਂ ਵਰਖਾ ਦੀਆਂ ਕਿਸਮਾਂ ਬਾਰੇ ਗੱਲ ਕਰੀਏ। ਵਰਖਾ ਦੀ ਪਹਿਲੀ ਕਿਸਮ ਹੈ ਬੇਟਾ ਕਨਵੈਂਸ਼ਨਲ ਰੇਨਫਾਲ, ਯਾਨੀ ਸੁਮਹਿਨ ਵਰਖਾ। ਦੂਸਰੀ ਹੈ ਬੇਟਾ ਔਰੋਗ੍ਰਾਫਿਕ ਰੇਨਫਾਲ, ਜਿਹਨੂੰ ਆਪਾਂ ਪਰਬਤੀ ਵਰਖਾ ਕਹਿੰਦੇ ਹਾਂ। ਅਤੇ ਤੀਸਰੀ ਚੱਕਰਵਾਤੀ ਵਰਖਾ, ਜਿਸ ਨੂੰ ਆਪਾਂ ਸਾਈਕਲੋਨਿਕ ਰੇਨਫਾਲ ਕਹਿੰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸੁਮਹਿਨ ਵਰਖਾ ਬਾਰੇ ਜਾਣਕਾਰੀ ਹਾਸਲ ਕਰਾਂਗੇ। ਬੇਟਾ ਪਹਿਲਾਂ ਆਪਾਂ ਕਰਦੇ ਹਾਂ ਹੁਣ ਸੁਮਹਿਨ ਵਰਖਾ। ਸੁਮਹਿਨ ਵਰਖਾ ਉਦੋਂ ਹੁੰਦੀ ਹੈ ਜਦੋਂ ਬੇਟਾ ਧਰਤੀ ਜ਼ਿਆਦਾ ਗਰਮ ਹੋ ਜਾਂਦੀ ਹੈ, ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਨਾ, ਅਤੇ ਆਲੇ ਦੁਆਲੇ ਦੇ ਵਾਤਾਵਰਨ 'ਚ ਜਿਹੜੀ ਨਮੀ ਹੁੰਦੀ ਹੈ ਉਹ ਵਾਸ਼ਪ ਹੋ ਕੇ ਉੱਪਰ ਨੂੰ ਉੱਠ ਜਾਂਦੀ ਹੈ। ਅਤੇ ਜਦੋਂ ਉੱਪਰ ਜਾ ਕੇ ਪੌਣਾਂ ਠੰਡੀਆਂ ਹੁੰਦੀਆਂ ਅਤੇ ਵਰਖਾ ਵਰਾਉਣ ਲੱਗ ਪੈਂਦੀਆਂ, ਅਤੇ ਇਸੇ ਕਰਕੇ ਇਹਨੂੰ ਸੁਮਹਿਨ ਵਰਖਾ ਕਹਿੰਦੇ ਹੈ। ਇਹ ਲੰਬਾ ਸਮਾਂ ਨਹੀਂ ਚੱਲਦੀ ਬਹੁਤ, ਕਿਉਂਕਿ ਇਹ ਘੱਟ ਵਾਯੂ ਦਾਬ ਕਰਕੇ ਨਾ ਉੱਠਦੀ ਹਵਾ ਖੁਸ਼ਕ ਇਲਾਕਿਆਂ ਤੋਂ ਆਪਣੇ ਵਿੱਚ ਬਹੁਤੀ ਨਮੀ ਨਹੀਂ ਲਿਜਾ ਸਕਦੀ, ਕਿਉਂਕਿ ਜਦੋਂ ਉੱਠਦੀ ਹੈ ਤਾਂ ਖੁਸ਼ਕ ਇਲਾਕਿਆਂ ਵਿੱਚੋਂ ਵੀ ਲੰਘਦੀ ਹੈ ਅਤੇ ਬਹੁਤੀ ਜਿਹੜੀ ਹੈ ਨਮੀ ਨਾਲ ਨਹੀਂ ਜਾਂਦੀ। ਅਤੇ
ਜਦੋਂ ਇਹ ਵਰਖਾ ਹੁੰਦੀ ਹੈ ਉਦੋਂ ਬੱਦਲਾਂ ਦੀ ਗਰਜ ਤੇ ਬਿਜਲੀ ਦਾ ਚਮਕਣਾ ਬਹੁਤ ਹੁੰਦਾ। ਤਾਂ ਹੀ ਤਾਂ ਕਹਿੰਦੇ ਹੁੰਦੇ ਆ ਵੀ ਜੋ ਗਰਜਤੇ ਹੈ ਉਹ ਬਰਸਤੇ ਨਹੀਂ। ਉਹ ਸ਼ਾਇਦ ਸੁਨਹਿਣ ਵਰਖਾ ਦੇ ਬੱਦਲਾਂ ਕਰਕੇ ਹੀ ਕਹਿੰਦੇ ਹੋਣ। ਓਰੋਗ੍ਰਾਫਿਕ ਜਾਂ ਪਰਬਤੀ ਵਰਖਾ ਕਦੋਂ ਹੁੰਦੀ ਹੈ? ਵੀ ਜਦੋਂ ਪੌਣਾਂ ਜਿਹੜੀਆਂ ਉਹ ਸਮੁੰਦਰ ਤੋਂ ਧਰਤੀ ਵੱਲ ਚੱਲਦੀਆਂ ਤਾਂ ਸਮੁੰਦਰ ਉੱਤੋਂ ਲੰਘਣ ਕਾਰਨ ਨਮੀ ਭਰਪੂਰ ਹੋ ਜਾਂਦੀਆਂ। ਅਤੇ ਕਈ ਵਾਰ ਜਦੋਂ ਇਹ ਉੱਪਰੋਂ ਚੱਲ ਰਹੀਆਂ ਹੁੰਦੀਆਂ ਅਤੇ ਰਸਤੇ ਵਿੱਚ ਇਹਨਾਂ ਦੇ ਪਹਾੜ ਆ ਜਾਂਦੇ ਆ। ਪਹਾੜਾਂ ਦੀ ਰੋਕ ਕਰਕੇ ਇਹ ਪੌਣਾਂ ਹੋਰ ਉੱਪਰ ਨੂੰ ਉੱਠਣ ਲੱਗ ਪੈਂਦੀਆਂ ਅਤੇ ਹੋਰ ਠੰਡੀਆਂ ਹੋ ਜਾਂਦੀਆਂ। ਜਦੋਂ ਹੋਰ ਠੰਡੀਆਂ ਹੋ ਜਾਂਦੀਆਂ ਤਾਂ ਫਿਰ ਇਹਨਾਂ 'ਚ ਸੰਘਣਨ ਸ਼ੁਰੂ ਹੋ ਜਾਂਦਾ ਅਤੇ ਵਰਖਾ ਸ਼ੁਰੂ ਹੋ ਜਾਂਦੀ ਹੈ। ਹੁਣ ਗਰਮੀਆਂ ਦੀਆਂ ਮੌਨਸੂਨ ਪੌਣਾਂ ਜਦੋਂ ਭਾਰਤ ਦੇ ਉੱਤਰ ਵੱਲ ਜਾਂਦੀਆਂ ਤਾਂ ਹਿਮਾਲਿਆ ਪਰਬਤ ਦੀ ਰੁਕਾਵਟ ਆਉਂਦੀ ਹੈ ਅਤੇ ਇਹ ਪੌਣਾਂ ਉੱਪਰ ਨੂੰ ਉੱਠ ਪੈਂਦੀਆਂ ਅਤੇ ਠੰਡੀਆਂ ਹੋ ਜਾਣ ਕਰਕੇ ਬਹੁਤ ਜ਼ਿਆਦਾ ਮੀਂਹ ਪਾਉਂਦੀਆਂ। ਪੌਣਾਂ ਦਾ ਸਮੁੰਦਰ ਤੋਂ ਧਰਤੀ ਵੱਲ ਸਫ਼ਰ ਲਗਾਤਾਰ ਚੱਲਦਾ ਰਹਿਣ ਕਾਰਨ ਪਰਬਤੀ ਵਰਖਾ ਲਗਾਤਾਰ ਲੰਬਾ ਸਮਾਂ ਵਰਸਦੀ ਰਹਿੰਦੀ ਹੈ। ਹੁਣ ਥੋੜ੍ਹਾ ਜਿਹਾ ਟੈਕਨੀਕਲ ਭਾਸ਼ਾ ਵਿੱਚ ਵੀ ਗੱਲ ਕਰ ਲਈਏ ਕਿ ਨਮੀ ਜਿਹੜੀ ਹੈ ਓਰੋਗ੍ਰਾਫਿਕ ਲਿਫਟ ਯਾਨੀ ਕਿ ਪਹਾੜੀ ਉਠਾਨ ਕਰਕੇ। ਪਹਾੜੀ ਉਠਾਨ ਕਿਵੇਂ? ਜਿਵੇਂ ਹਵਾ ਪਹਾੜ ਨਾਲ ਟਕਰਾਉਂਦੀ ਹੈ ਤਾਂ ਉੱਪਰ ਨੂੰ ਉੱਠ ਜਾਂਦੀ ਹੈ ਅਤੇ ਖੁਸ਼ਕ ਹਵਾ ਜਿਹੜੀ ਹੈ ਉਹ ਦੂਸਰੇ ਪਾਸੇ ਜਿਹੜੀ ਇਹਦੀ ਦੂਸਰੇ ਪਾਸੇ ਸ਼ੈਡੋ ਏਰੀਆ ਹੁੰਦਾ ਲੀਅਰਡ ਸਾਈਟ, ਉੱਧਰ ਇਹ ਲੀਵਰਡ ਸਾਈਡ 'ਚ ਛੱਡ ਦਿੰਦੀ। ਪੌਣ ਵਿਮੁਖੀ ਢਾਲ ਕਹਿੰਦੇ ਆ। ਅਤੇ ਜਿਹੜੀ ਨਮੀ ਵਾਲੀ ਹੈ ਉਹ ਇੱਧਰਲੇ ਪਾਸੇ ਜਿੱਧਰੋਂ ਹਵਾ ਐਂਟਰ ਕਰ ਰਹੀ ਹੁੰਦੀ ਹੈ ਇਹ ਪਹਾੜ ਨਾਲ ਟਕਰਾ ਜਾਂਦੀ ਹੈ ਉੱਪਰ ਉੱਠ ਕੇ ਓਰੋਗ੍ਰਾਫਿਕ ਲਿਫਟ ਕਰਕੇ, ਪਰਬਤੀ ਉਠਾਨ ਕਰਕੇ ਪਰਬਤ ਨਾਲ ਟਕਰਾ ਕੇ ਉੱਠੀ ਹੁੰਦੀ ਹੈ। ਅਤੇ ਇੱਦਾਂ ਫਿਰ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦੀਆਂ ਜਿਹੜੀਆਂ ਬ੍ਰਾਂਚਿਸ ਹੁੰਦੀਆਂ ਮਾਨਸੂਨ ਦੀਆਂ ਉਹ ਹਿਮਾਲਿਆ ਨਾਲ ਟਕਰਾਉਂਦੀਆਂ ਅਤੇ ਬਹੁਤ ਜ਼ਿਆਦਾ ਮੀਂਹ ਉੱਤਰੀ ਮੈਦਾਨਾਂ ਵਿੱਚ ਪਾਉਂਦੀਆਂ। ਅਤੇ ਇਸੇ ਤਰ੍ਹਾਂ ਪੱਛਮੀ ਗੜਬੜੀਆਂ ਜਿਹੜੀਆਂ ਕਿ ਭੂ-ਮੱਧ ਸਾਗਰ ਸਮੁੰਦਰ ਤੋਂ ਆਉਂਦੀਆਂ ਉਹ ਚੱਕਰਵਾਤੀ ਵਰਖਾ ਕਰਦੀਆਂ ਅਤੇ ਮੀਂਹ ਦੇ ਨਾਲ ਬਰਫ਼ ਵੀ ਪਾਉਂਦੀਆਂ ਜਦੋਂ ਇਹ ਹਿਮਾਲਿਆ ਨਾਲ ਟਕਰਾਉਂਦੀਆਂ। ਆ ਬੇਟਾ ਚੱਕਰਵਾਤੀ ਵਰਖਾ ਦਾ ਸਿਸਟਮ ਬੜਾ ਧਿਆਨ ਨਾਲ ਸਮਝਣ ਵਾਲਾ। ਇਸ ਨੂੰ ਫਰੰਟਲ ਰੇਨਫਾਲ ਵੀ ਕਹਿੰਦੇ ਆ। ਫਰੰਟ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਫਰੰਟ ਮੈਨੇ ਮੋਰਚਾ ਵੀ ਹੁੰਦਾ। ਇੱਥੇ ਸੀਮਾ ਯਾਨੀ ਹੱਦ ਹੁੰਦੀ ਹੈ ਇੱਕ ਕੁਦਰਤੀ ਤੌਰ 'ਤੇ। ਜਿਵੇਂ ਆਪਾਂ ਵੇਖੀਏ ਵੀ ਸਰਦੀਆਂ 'ਚ ਹੀ ਆਮ ਤੌਰ 'ਤੇ ਵੇਖਣ 'ਚ ਮਿਲਦਾ ਕਿ ਧਰਤੀ ਦੇ ਨਾਲ ਘੱਟ ਵਾਯੂ ਦਾਬ ਦਾ ਖੇਤਰ ਬਣ ਜਾਂਦਾ ਅਤੇ ਵਾਯੂਮੰਡਲ ਤੋਂ ਉਤਲੇ ਹਿੱਸੇ 'ਚ ਵੱਧਦਾ ਵਾਯੂ ਦਾਬ ਦਾ ਖੇਤਰ ਹੁੰਦਾ ਜਿੱਥੇ ਨਮੀ ਵੀ ਬਹੁਤ ਹੁੰਦੀ ਹੈ ਅਤੇ ਠੰਡਾ ਵੀ ਬਹੁਤ ਹੁੰਦਾ। ਹੁਣ ਜਦੋਂ ਇਹ ਧਰਤੀ ਦੇ ਨਾਲ ਦੀ ਹਵਾ ਉੱਪਰ ਉੱਠਦੀ ਹੈ ਤਾਂ ਉੱਥੇ ਜਾ ਕੇ ਇਹ ਨਮੀ ਵਾਲੀ ਹਵਾ ਨਾਲ ਰਲ ਜਾਂਦੀ ਹੈ ਅਤੇ ਉੱਥੇ ਜਾ ਕੇ ਇਹਦਾ ਸੰਘਣਨ ਵੀ ਸ਼ੁਰੂ ਹੋ ਜਾਂਦਾ। ਸਮਝ ਲੱਗੀ ਨਾ? ਇਹਦੀ ਨਮੀ ਅਤੇ ਉਹਦੀ ਨਮੀ ਇਹ ਦੋਨੋਂ ਰਲ ਕੇ ਇੱਕ ਯਾਨੀ ਇਹ ਸਮਝ ਲਓ ਆਪਾਂ ਕਹਿ ਲਈਏ ਵੀ ਤਾਪ ਵਾਲੇ ਖੇਤਰ 'ਚੋਂ ਜਾਂਦੀ ਹਵਾ ਵੀ ਸਰਦੀਆਂ ਵਿੱਚ ਇਹ ਤਾਪ ਵਾਲੇ ਖੇਤਰ 'ਚੋਂ ਆਈ ਹੋਈ ਘੱਟ ਦਾਬ ਵਾਲੀ ਹਵਾ ਹੁੰਦੀ ਹੈ ਅਤੇ ਉੱਪਰ ਜਾ ਕੇ ਵੱਧ ਦਾਬ ਵਾਲੀ ਹਵਾ ਨਾਲ ਰਲਦੀ ਹੈ ਅਤੇ ਉੱਥੋਂ ਇਹ ਸੰਘਣਨ ਸ਼ੁਰੂ ਹੋ ਜਾਂਦਾ ਹੈ ਠੰਡੀ ਹਵਾ ਨਾਲ ਰਲ ਕੇ। ਅਤੇ ਇਹ ਨੀਵੇਂ ਪੱਧਰ ਦੇ ਬੱਦਲ ਬਣਾਉਂਦੀ ਹੈ ਜਿਨ੍ਹਾਂ ਨੂੰ ਨਿੰਬੋਸਟੈਟਸ ਕਲਾਊਡਸ ਵੀ ਕਹਿੰਦੇ ਆ। ਨੀਵੇਂ ਪੱਧਰ ਦੇ ਬੱਦਲ ਹੁੰਦੇ ਅਤੇ ਕਾਲੇ ਸ਼ਾਹ ਬੱਦਲ ਵੀ ਹੁੰਦੇ ਆ। ਇਹ ਚੱਕਰਵਾਤੀ ਵਰਖਾ ਲਿਆਉਣ ਵਿੱਚ ਮਦਦ ਕਰਦੇ ਆ। ਹੁਣ ਚੱਕਰਵਾਤੀ ਵਰਖਾ ਕਿਵੇਂ ਬਣਦੀ ਹੈ ਵਿਸਥਾਰ ਨਾਲ ਜਾਣੀਏ। ਧਰਤੀ ਦੇ ਵਾਤਾਵਰਨ ਦੇ ਨਾਲ ਤਾਂ ਜਦੋਂ ਗਰਮ ਹਵਾ ਹੋਵੇ, ਨਮੀ ਦੀ ਮਾਤਰਾ ਘੱਟ ਹੋਵੇ ਅਤੇ ਵਾਤਾਵਰਨ ਤੋਂ ਬਾਹਰ ਠੰਡੀ ਹਵਾ ਜ਼ਿਆਦਾ ਹੋਵੇ ਅਤੇ ਤਾਪਮਾਨ ਉਹਦਾ ਘੱਟ ਹੋਵੇ ਅਤੇ ਨਾਲੇ ਨਮੀ ਜ਼ਿਆਦਾ ਹੋਵੇ, ਉਦੋਂ ਗਰਮ ਹਵਾ ਉੱਪਰ ਨੂੰ ਉੱਠਦੀ ਹੈ ਅਤੇ ਉਹ ਜਿਹੜੀ ਠੰਡੀ ਹਵਾ ਹੁੰਦੀ ਹੈ ਉਸ ਦੇ ਨਾਲ ਰਲ ਕੇ ਇਹ ਵੀ ਠੰਡੀ ਇੰਨੀ ਹੋ ਜਾਂਦੀ ਹੈ ਕਿ ਇਹਦਾ ਸੰਘਣਨ ਸ਼ੁਰੂ ਹੋ ਜਾਂਦਾ ਅਤੇ ਇਹਦੀ ਜਗ੍ਹਾ ਲੈਣ ਲਈ ਠੰਡੀ ਹਵਾ ਆ ਜਾਂਦੀ ਹੈ ਅਤੇ ਇੱਕ ਤਰ੍ਹਾਂ ਦਾ ਚੱਕਰ ਦਾ ਨਿਰਮਾਣ ਹੁੰਦਾ ਸਾਈਕਲ। ਯਾਨੀ ਗਰਮ ਹਵਾ ਤਾਂ ਨੂੰ ਜਾਂਦੀ ਹੈ, ਉਹ ਉੱਪਰ ਜਾ ਕੇ ਠੰਡੀ ਹੋ ਜਾਂਦੀ ਹੈ ਅਤੇ ਹਵਾ ਦਾ ਭਾਰ ਵੱਧ ਜਾਂਦਾ ਅਤੇ ਉਹ
ਮੀਂਹ ਪਾਉਣ ਦੀ ਸਟੇਜ ਤੱਕ ਆ ਜਾਂਦੀ ਹੈ ਅਤੇ ਲੰਮਾ ਸਮਾਂ ਤੱਕ ਦੌਰ ਚੱਲਦਾ ਰਹਿੰਦਾ। ਨਿੱਕੀ ਨਿੱਕੀ ਕਣੀ, ਹਲਕਾ ਮੀਂਹ ਕਈ ਦਿਨਾਂ ਤੱਕ ਇਹਦੇ ਨਾਲ ਪੈ ਸਕਦਾ ਹੈ ਅਤੇ ਇਸੇ ਕਰਕੇ ਇਸ ਨੂੰ ਆਪਾਂ ਚੱਕਰਵਾਤੀ ਵਰਖਾ ਵੀ ਕਹਿੰਦੇ ਹਾਂ, ਕਿਉਂਕਿ ਇੱਕ ਸਾਈਕਲ ਦੇ ਤੌਰ 'ਤੇ ਬਣੀ ਹੁੰਦੀ ਹੈ। ਚੱਕਰਵਾਤਾਂ ਦੇ ਗਰਮ ਫਰੰਟ ਕਰਕੇ ਬੂੰਦਾਬਾਂਦੀ ਹੁੰਦੀ ਹੈ, ਲੰਬੇ ਸਮੇਂ ਤੱਕ ਹੁੰਦੀ ਹੈ। ਪਰ ਜਦੋਂ ਠੰਡੇ ਫਰੰਟ ਬਣਦੇ ਆ, ਉਹ ਉਦੋਂ ਬਣਦੇ ਜਦੋਂ ਗਰਮ ਹਵਾ ਤਾਂ ਉੱਪਰ ਉੱਠ ਕੇ ਗਈ ਹੁੰਦੀ ਹੈ ਅਤੇ ਤੇਜ਼ੀ ਨਾਲ, ਬੜੀ ਤੇਜ਼ੀ ਦੇ ਨਾਲ ਠੰਡੀ ਹਵਾ ਇੱਕ ਜਿਵੇਂ ਵਿਸਫੋਟ ਹੁੰਦਾ ਸ਼ਾਰਪਰ, ਉਸੇ ਤਰ੍ਹਾਂ ਉਹ ਐਂਟਰ ਕਰਦੀ, ਕਿਉਂਕਿ ਇਹ ਹਵਾ ਭਾਰੀ ਹੁੰਦੀ ਹੈ ਅਤੇ ਸੰਘਣੀ ਵੀ ਹੁੰਦੀ ਹੈ ਅਤੇ ਫਿਰ ਤੇਜ਼ੀ ਨਾਲ ਮੀਂਹ ਪਾਉਂਦੀ ਹੈ ਇਹ, ਅਤੇ ਤੇਜ਼ੀ ਨਾਲ ਮੀਂਹ ਪਾਉਣ ਕਰਕੇ ਹਟ ਵੀ ਛੇਤੀ ਜਾਂਦੀ, ਮੀਂਹ ਛੇਤੀ ਬੰਦ ਹੋ ਜਾਂਦਾ। ਅਤੇ ਉੱਤਰ ਭਾਰਤ ਵਿੱਚ, ਪੰਜਾਬ ਵਿੱਚ ਜਿਹੜੀ ਸਰਦੀਆਂ 'ਚ ਵਰਖਾ ਹੁੰਦੀ ਹੈ ਉਹ ਚੱਕਰਵਾਤੀ ਵਰਖਾ ਹੁੰਦੀ ਹੈ। ਉਹ ਇੱਕ ਤਾਂ ਹਵਾ ਉੱਥੋਂ ਆਈ ਹੁੰਦੀ ਹੈ ਭੂਮਧ ਸਾਗਰ ਤੋਂ, ਅਤੇ ਇੱਕ ਆਈ ਹੁੰਦੀ ਫਾਰਸ ਦੀ ਖਾੜੀ ਤੋਂ। ਅਤੇ ਜਿਹੜੀ ਸਰਦੀ ਦੀ ਵਰਖਾ ਹੈ ਉੱਤਰੀ ਮੈਦਾਨਾਂ ਵਿੱਚ, ਉਹ ਆਪਣੀ ਰਬੀ ਦੀ ਫਸਲ ਲਈ ਬਹੁਤ ਲਾਹੇਵੰਦ ਹੁੰਦੀ ਹੈ। ਇਹ ਬੇਟਾ ਬਹੁਤ ਇੰਪੋਰਟੈਂਟ ਚੀਜ਼ ਆ ਸਮਝਣ ਵਾਲੀ ਕਿ ਵਰਖਾ ਦੀ ਵੰਡ ਕਿਵੇਂ ਆ ਭਾਰਤ ਵਿੱਚ। ਬਹੁਤ ਜ਼ਮੀਨ ਅਸਮਾਨ ਦਾ ਹੀ ਫਰਕ ਸਮਝ ਲਓ। ਅਨਈਵਨ ਹੈ। ਗਾਰੋ, ਖਾਸੀ, ਜੈਂਤੀਆ ਦੀਆਂ ਜਿਹੜੀਆਂ ਪਹਾੜੀਆਂ ਮੇਘਾਲਿਆ ਵਿੱਚ, ਇੱਥੇ ਤਾਂ ਸਾਲਾਨਾ 1100 ਸੈਂਟੀਮੀਟਰ ਤੋਂ ਵੀ ਵੱਧ ਹੈ। ਅਤੇ ਜੇ ਆਪਾਂ ਪੱਛਮੀ ਰਾਜਸਥਾਨ ਦੀ ਗੱਲ ਕਰੀਏ, ਲੱਦਾਖ ਦੀ, ਇੱਥੇ 15 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਔਸਤਨ ਹੁੰਦੀ ਹੈ। ਭਾਰਤ ਦੇ ਔਸਤਨ ਵੱਧ ਵਰਖਾ ਵਾਲੇ ਖੇਤਰ ਜਿਹੜੇ ਹਨ ਉਹ ਹਨ ਅਸਾਮ, ਮੇਘਾਲਿਆ, ਨਾਗਾਲੈਂਡ, ਪੱਛਮੀ ਘਾਟ, ਅਤੇ ਇਹਨਾਂ ਵਿੱਚ ਸਾਲਾਨਾ ਵਰਖਾ 200 ਸੈਂਟੀਮੀਟਰ ਤੋਂ ਵੱਧ ਹੁੰਦੀ ਹੈ। ਜਿਹੜੇ ਖੇਤਰ ਬੇਟਾ 100 ਤੋਂ 200 ਸੈਂਟੀਮੀਟਰ ਵਾਰਸ਼ਿਕ ਔਸਤ ਵਰਖਾ ਜਿਹੜੀ ਹੈ ਗ੍ਰਹਿਣ ਕਰਦੇ ਆ, ਉਹਨਾਂ ਨੂੰ ਆਪਾਂ ਦਰਮਿਆਨੀ ਵਰਖਾ ਵਾਲੇ ਪ੍ਰਦੇਸ਼ ਕਹਿੰਦੇ ਹਾਂ। ਭਾਰਤ ਦੇ ਜਿਹੜੇ ਦਰਮਿਆਨੀ ਵਰਖਾ ਵਾਲੇ ਪ੍ਰਦੇਸ਼ ਹੈਗੇ ਆ, ਉੱਤਰ ਪ੍ਰਦੇਸ਼ ਹੈ, ਉੜੀਸਾ ਅਤੇ ਤਮਿਲਨਾਡੂ ਵਿੱਚ ਤੱਟੀ ਇਲਾਕੇ ਹੈ, ਹਿਮਾਲਿਆ ਦੇ ਕੁਝ ਪ੍ਰਦੇਸ਼ ਹੈਗੇ ਹੈ, ਮੱਧ ਪ੍ਰਦੇਸ਼ ਹੈ, ਆਂਧਰਾ ਪ੍ਰਦੇਸ਼ ਹੈ ਅਤੇ ਬਿਹਾਰ। ਇਹ ਔਸਤ ਵਰਖਾ ਗ੍ਰਹਿਣ ਕਰਦੇ ਆ। ਹਿਮਾਲਿਆ ਦੇ ਵੀ ਕੁਝ ਖੇਤਰ ਹੈਗੇ ਆ, ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਖੇਤਰਾਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਂਦਾ। ਭਾਰਤ ਦੇ ਕੁਝ ਖੇਤਰ ਇਹੋ ਜਿਹੇ ਵੀ ਹੈਗੇ ਆ ਜਿੱਥੇ 50 ਤੋਂ 100 ਸੈਂਟੀਮੀਟਰ ਸਾਲਾਨਾ ਔਸਤ ਵਰਖਾ ਹੁੰਦੀ ਹੈ। ਇਹਨਾਂ ਨੂੰ ਆਪਾਂ ਘੱਟ ਵਰਖਾ ਵਾਲੇ ਖੇਤਰ ਮੰਨਦੇ ਹਾਂ। ਪੰਜਾਬ, ਦੱਖਣ ਪੂਰਬੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਅਤੇ ਕਰਨਾਟਕਾ ਇਸ ਲੜੀ ਵਿੱਚ ਆਉਂਦੇ ਹਨ, ਯਾਨੀ ਇੱਥੇ ਘੱਟ ਮੀਂਹ ਪੈਂਦਾ ਔਸਤਨ। ਅਤੇ ਕੁਝ ਇਲਾਕੇ ਬੇਟਾ ਇਹੋ ਜਿਹੇ ਵੀ ਹੈ ਜਿੱਥੇ ਹੱਦੋਂ ਵੱਧ ਹੀ ਘੱਟ ਮੀਂਹ ਪੈਂਦਾ, ਬਹੁਤ ਘੱਟ ਮੀਂਹ ਪੈਂਦਾ। ਇੱਥੇ ਜੇ ਆਪਾਂ ਮਾਤਰਾ ਦੀ ਗੱਲ ਕਰੀਏ, 50 ਸੈਂਟੀਮੀਟਰ ਸਾਲਾਨਾ ਔਸਤ ਤੋਂ ਵੀ ਘੱਟ ਮੀਂਹ ਪੈਂਦਾ। ਪੱਛਮੀ ਰਾਜਸਥਾਨ ਹੋ ਗਿਆ, ਗੁਜਰਾਤ 'ਚ ਕੱਛ ਦਾ ਇਲਾਕਾ ਹੋ ਗਿਆ, ਲੱਦਾਖ ਦਾ ਇਲਾਕਾ ਜਿਹੜਾ ਜੰਮੂ ਕਸ਼ਮੀਰ ਦਾ, ਹੁਣ ਆਪਣਾ ਲੱਦਾਖ ਅਲੱਗ ਕੇਂਦਰ ਸ਼ਾਸਤ ਪ੍ਰਦੇਸ਼ ਹੀ ਬਣ ਗਿਆ। ਇਹ ਜਿਹੇ ਇਲਾਕੇ ਹੈ ਜਿੱਥੇ ਬਹੁਤ ਘੱਟ ਮੀਂਹ ਪੈਂਦਾ ਸਾਰਾ ਸਾਲ ਦੌਰਾਨ। ਬੇਟਾ ਹੁਣ ਆਪਾਂ ਕੁਛ ਤਕਨੀਕੀ ਗੱਲ ਵੀ ਕਰ ਲਈਏ। ਇੱਕ ਭੂਗੋਲ ਵਿੱਚ ਟਰਮ ਹੁੰਦੀ ਹੈ ਆਈਸੋਹਾਇਟ, ਜਿਸ ਨੂੰ ਆਪਾਂ ਪੰਜਾਬੀ ਵਿੱਚ ਸਮ ਵਰਖਾ ਕਹਿੰਦੇ ਹਾਂ। ਇਹ ਆਮ ਤੌਰ 'ਤੇ ਨਕਸ਼ੇ 'ਤੇ ਹੀ ਦਿਖਾਈ ਜਾਣ ਵਾਲੀ ਇੱਕ ਰੇਖਾ ਹੈ। ਇਹ ਕਦੋਂ ਦਿਖਾਈ ਜਾਂਦੀ ਹੈ ਵੀ ਕਿਸੇ ਖਾਸ ਸਮੇਂ ਉੱਤੇ ਜਦੋਂ ਇੱਕੋ ਜਿਹੀ ਵਰਖਾ ਵਾਲੇ ਸਥਾਨਾਂ ਨੂੰ ਮਿਲਾਉਣਾ ਹੋਵੇ, ਯਾਨੀ ਔਸਤ ਵਰਖਾ ਦਿਖਾ ਰਹੇ ਹੋਈਏ ਆਪਾਂ। ਅਤੇ ਇਹ ਵਰਖਾ ਵੰਡ ਵਾਲੇ ਇਲਾਕੇ ਜਿਹੜੇ ਆ ਇੱਕੋ ਤਰ੍ਹਾਂ ਦੇ ਹੁੰਦੇ, ਜਿਹੜੇ ਉਹਨਾਂ ਨੂੰ ਦਿਖਾਉਣ ਲਈ ਇਹ ਵਰਤੀ ਜਾਂਦੀ ਹੈ ਆਈਸੋਹਾਇਟ। ਯੁਗਾਂ ਯੁਗਾਂ ਤੋਂ ਭਾਰਤ ਦੀਆਂ ਰੁੱਤਾਂ ਵਿੱਚ ਵਰਖਾ ਰੁੱਤ ਦਾ ਜ਼ਿਕਰ ਹੁੰਦਾ ਹੈ।
ਵਰਖਾ ਰੁੱਤ ਜਿਹੜੀ ਹੈ ਉਹ ਇਸੇ ਮਾਨਸੂਨ ਪੌਣਾ ਕਰਕੇ ਹੀ ਆਉਂਦੀ ਹੈ। ਤੇ ਜੇ ਆਪਾਂ ਨੂੰ ਇਹ ਮਾਨਸੂਨ ਪੌਣਾ ਦਾ ਨਹੀਂ ਪਤਾ, ਸਮਝ ਲਓ ਭਾਰਤ ਦੇ ਕਿਸੇ ਜਲਵਾਯੂ ਬਾਰੇ ਆਪਾਂ ਨੂੰ ਪਤਾ ਹੀ ਨਹੀਂ। ਮਾਨਸੂਨ ਪੌਣਾ ਬਾਰੇ ਜਾਣਕਾਰੀ ਹਰ ਇੱਕ ਪੜ੍ਹੇ ਲਿਖੇ ਨਾਗਰਿਕ ਨੂੰ ਹੋਣੀ ਚਾਹੀਦੀ ਹੈ। ਤੇ ਆਓ ਆਪਾਂ ਮਾਨਸੂਨ ਪੌਣਾ ਬਾਰੇ ਹੀ ਜਾਣਕਾਰੀ ਹਾਸਲ ਕਰੀਏ। ਇਹਨਾਂ ਨੂੰ ਮਾਨਸੂਨ ਕਿਉਂ ਕਿਹਾ ਜਾਂਦਾ ਹੈ? ਬੇਟਾ ਅਰਬੀ ਭਾਸ਼ਾ ਦਾ ਸ਼ਬਦ ਹੈ ਮੌਸਮ, ਉਸੇ ਤੋਂ ਇਹ ਸ਼ਬਦ ਬਣਿਆ ਮੌਨਸੂਨ, ਕਿਉਂਕਿ ਇਹ ਵੀ ਮੌਸਮ ਦੇ ਬਦਲਣ ਨਾਲ ਆਪਣੀ ਦਿਸ਼ਾ ਬਦਲ ਲੈਂਦੀਆਂ। ਹੁਣ ਗਰਮੀ ਦੀ ਰੁੱਤ ਕੀ ਹੁੰਦੀ ਹੈ? ਗਰਮੀ ਦੀ ਰੁੱਤ ਵਿੱਚ ਧਰਤੀ ਗਰਮ ਹੁੰਦੀ ਹੈ, ਸਮੁੰਦਰ ਠੰਡੇ ਹੁੰਦੇ ਹੈ, ਅਤੇ ਇਹ ਹਵਾ ਸਮੁੰਦਰ ਤੋਂ ਧਰਤੀ ਵੱਲ ਚੱਲਦੀ ਹੈ। ਅਤੇ ਸਰਦੀਆਂ ਵਿੱਚ ਇਹ ਪੌਣਾ ਵਾਪਸ ਮੁੜਦੀਆਂ ਸਮੁੰਦਰਾਂ ਵੱਲ, ਕਿਉਂਕਿ ਸਮੁੰਦਰ ਹੌਲੀ ਹੌਲੀ ਠੰਡੇ ਹੁੰਦੇ ਹੈ, ਧਰਤੀ ਛੇਤੀ ਠੰਡੀ ਹੋ ਜਾਂਦੀ ਹੈ, ਅਤੇ ਸਮੁੰਦਰ ਗਰਮ ਹੁੰਦੇ ਹੈ ਅਤੇ ਉੱਧਰ ਨੂੰ ਤੁਰ ਪੈਂਦੀਆਂ। ਇਸ ਤਰ੍ਹਾਂ ਜਿਵੇਂ ਜਿਵੇਂ ਮੌਸਮ ਬਦਲਦਾ ਉਸੇ ਤਰ੍ਹਾਂ ਇਹ ਪੌਣਾ ਵੀ ਆਪਣੀ ਦਿਸ਼ਾ ਬਦਲ ਲੈਂਦੀਆਂ। ਕਹਿਣ ਦਾ ਭਾਵ ਇਹ ਹੈ ਮੌਸਮੀ ਪੌਣਾ, ਅਤੇ ਇਹਨਾਂ ਪੌਣਾਂ ਦਾ ਭਾਰਤੀ ਜਲਵਾਯੂ 'ਤੇ ਬਹੁਤ ਪ੍ਰਭਾਵ ਪੈਂਦਾ। ਭਾਰਤ ਦੀ ਲਗਭਗ 90% ਵਰਖਾ ਇਹਨਾਂ ਪੌਣਾ ਕਰਕੇ ਹੀ ਹੁੰਦੀ ਹੈ। ਵਰਖਾ ਰੁੱਤ ਹੀ ਇਹਨਾਂ ਕਰਕੇ ਹੁੰਦੀ ਹੈ। ਭਾਰਤ ਦੇਸ਼ ਖੇਤੀਬਾੜੀ ਕਰਨ ਵਾਲਾ ਦੇਸ਼ ਹੈ। ਹੁਣ ਇੱਥੇ ਜ਼ਿਆਦਾ ਲੋਕ ਖੇਤੀਬਾੜੀ ਅਤੇ ਹੋਰ ਸਹਾਇਕ ਧੰਦੇ ਵੀ ਕਰਦੇ ਹਨ, ਅਤੇ ਖੇਤੀਬਾੜੀ ਲਈ ਮੁੱਖ ਤੌਰ 'ਤੇ ਪਾਣੀ ਦੀ ਲੋੜ ਹੁੰਦੀ ਹੈ। ਅਤੇ ਕੋਈ ਸਮਾਂ ਸੀਗਾ ਜਦੋਂ ਧਰਤੀ ਹੇਠਲਾ ਪਾਣੀ ਆਪਾਂ ਹਾਸਲ ਨਹੀਂ ਸੀ ਕਰ ਸਕਦੇ ਕਿਸੇ ਤਰੀਕੇ ਨਾਲ, ਅਤੇ ਵਰਖਾ ਰੁੱਤ 'ਤੇ ਹੀ ਆਪਣੀਆਂ ਫਸਲਾਂ ਨਿਰਭਰ ਸਨ। ਇਹ ਪੌਣਾ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ। ਕਿਹਾ ਜਾ ਸਕਦਾ ਕਿ ਆਰਥਿਕ ਹਾਲਾਤ ਜਿਹੜੇ ਭਾਰਤ ਦੇ ਉਹ ਇਹਨਾਂ ਪੌਣਾਂ 'ਤੇ ਨਿਰਭਰ ਹੈ। ਮਾਨਸੂਨ ਪੌਣਾ ਜ਼ਿਆਦਾਤਰ ਭੂਮੱਧ ਰੇਖਾ ਤੋਂ 20 ਡਿਗਰੀ ਉੱਤਰ ਅਤੇ 20 ਡਿਗਰੀ ਦੱਖਣੀ ਵਿਤਕਾਰਾਂ ਵੱਲ ਚੱਲਦੀਆਂ ਹਨ। ਇਹਨਾਂ ਨੂੰ ਊਸ਼ਨ ਖੰਡ ਵੀ ਕਹਿੰਦੇ ਆ। ਅਤੇ ਮੌਸਮੀ ਪੌਣਾ ਤਾਂ ਹੈਗੀਆਂ ਇਹ, ਅਤੇ ਭਾਰਤੀ ਉਪ ਮਹਾਂਦੀਪ ਵਿੱਚ ਇਹ ਪੌਣਾ ਹਿਮਾਲਿਆ ਪਰਬਤ ਦੇ ਪ੍ਰਭਾਵ ਕਾਰਨ ਸਾਰੇ ਉਪ ਮਹਾਂਦੀਪ ਵਿੱਚ ਚੱਲਦੀਆਂ। ਦੇਖੋ ਸਪੈਸ਼ਲਿਟੀ ਹੈ ਇਹਦੀ, ਕਿਉਂਕਿ ਹਿਮਾਲਿਆ ਪਰਬਤ ਕਰਕੇ ਸਾਰੇ ਭਾਰਤੀ ਉਪ ਮਹਾਂਦੀਪ ਵਿੱਚ ਚੱਲਦੀਆਂ। ਹੁਣ ਆਪਾਂ ਮਾਨਸੂਨ ਪੌਣਾ ਦੀਆਂ ਕਰੈਕਟਰਿਸਟਿਕਸ ਬਾਰੇ ਗੱਲਾਂ ਕਰ ਲਈਏ, ਜਿਵੇਂ ਇਹਨਾਂ ਦੇ ਲੱਛਣ ਕੀ ਹੈ। ਹਾਲੇ ਤੱਕ ਪੂਰੀ ਤਰ੍ਹਾਂ ਪ੍ਰਤੱਖ ਨਹੀਂ ਹੋ ਸਕਿਆ, ਸਪਸ਼ਟ ਨਹੀਂ ਹੋ ਸਕਿਆ ਵੀ ਇਹ ਪੌਣਾ ਕਿਵੇਂ ਚੱਲਦੀਆਂ, ਪਰ ਇੰਨੀ ਕੁ ਗੱਲ ਕਲੀਅਰ ਹੈ ਕਿ ਇਹਨਾਂ ਦੇ ਚੱਲਣ ਪਿੱਛੇ ਕੋਈ ਇੱਕ ਕਾਰਨ ਨਹੀਂ, ਕਈ ਤੱਤ ਜ਼ਿੰਮੇਵਾਰ ਹੈ। ਮੌਨਸੂਨ ਪੌਣਾ ਲਗਭਗ ਕਰਕ ਰੇਖਾ ਅਤੇ ਮੱਕਰ ਰੇਖਾ ਦੇ ਵਿਚਕਾਰਲੇ ਇਲਾਕਿਆਂ ਵਿੱਚ ਚੱਲਦੀਆਂ। 20 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 20 ਡਿਗਰੀ ਦੱਖਣੀ ਅਕਸ਼ਾਂਸ਼ਾਂ ਵੱਲ ਚੱਲਦੀਆਂ। ਗਰਮੀਆਂ ਦੀ ਰੁੱਤ ਵਿੱਚ ਭਾਰਤ ਦਾ ਉੱਤਰ ਪੱਛਮੀ ਭਾਗ ਬਹੁਤ ਗਰਮ ਹੋ ਜਾਂਦਾ। ਅੱਜ ਕੱਲ੍ਹ ਇਸ ਤਰ੍ਹਾਂ ਹੀ ਹੈ ਨਾ, ਅਤੇ ਇਸ ਕਾਰਨ ਇੱਥੇ ਵਾਯੂ ਦਾਬ ਘੱਟ ਹੋ ਜਾਂਦਾ। ਇਸ ਦੇ ਉਲਟ ਹਿੰਦ ਮਹਾਸਾਗਰ, ਅਰਬ ਸਾਗਰ ਅਤੇ ਬੰਗਾਲ ਦੀ ਖਾੜੀ, ਉੱਥੇ ਵਾਯੂ ਦਾਬ ਵੱਧ ਹੁੰਦਾ, ਐਟਮੋਸਫੇਰਿਕ ਪ੍ਰੈਸ਼ਰ ਜਿਹੜਾ ਵੱਧ ਹੁੰਦਾ। ਸਮੁੰਦਰ ਅਤੇ ਧਰਤੀ ਦੇ ਵਾਯੂ ਦਾਬ ਦੇ ਅੰਤਰ ਕਰਕੇ ਇਹ ਪੌਣਾ ਸਾਗਰਾਂ ਤੋਂ ਧਰਤੀ ਵੱਲ ਚੱਲਣ ਲੱਗ ਪੈਂਦੀਆਂ, ਅਤੇ ਇਹਨਾਂ ਨੂੰ ਗਰਮੀਆਂ ਦੀਆਂ ਮਾਨਸੂਨ ਪੌਣਾ ਕਿਹਾ ਜਾਂਦਾ ਹੈ। ਜੈਟ ਸਟਰੀਮ ਜਿਹੜੀਆਂ ਪੌਣਾ ਉਹ ਵੀ ਭਾਰਤੀ ਮਾਨਸੂਨ ਪੌਣਾ 'ਤੇ ਪ੍ਰਭਾਵ ਪਾਉਂਦੀਆਂ। ਦੱਖਣ ਪੱਛਮੀ ਮਾਨਸੂਨ ਪੌਣਾ ਤਾਂ ਜਨਮ ਲੈ ਲੈਂਦੀਆਂ, ਪਰ ਜਦੋਂ ਇਹ ਉਪ ਉਸ਼ਰਣੀ ਜਿਹੜੀ ਪੱਛਮੀ ਜੈਟ ਹੈ ਉਹ ਉੱਤਰ ਵੱਲ ਖਿਸਕਣਾ ਸ਼ੁਰੂ ਹੋ ਜਾਂਦੀ ਹੈ, ਤਿੱਬਤ ਦੇ ਪਠਾਰ ਆ ਨਾ, ਇਹ ਉੱਧਰ ਮੈਦਾਨੀ ਇਲਾਕਿਆਂ ਤੋਂ ਹੁੰਦੀ ਹੈ, ਉੱਧਰ ਨੂੰ ਜਾਂਦੀ ਹੈ। ਇਹ ਕਿਉਂ ਹੁੰਦੀ ਹੈ? ਕਿਉਂਕਿ ਤਿੱਬਤ ਦੀ ਪਠਾਰ ਗਰਮੀਆਂ ਵਿੱਚ ਜਾਂ ਗਰਮ ਮਹੀਨਿਆਂ ਵਿੱਚ ਗਰਮ ਹੋ ਜਾਂਦੀ ਹੈ। ਮੁੱਢਲਾ ਕਾਰਨ ਮੰਨਿਆ ਜਾਂਦਾ ਹੈ ਕਿ ਹਿਮਾਲਿਆ ਦੀ ਉਚਾਈ ਕਰਕੇ ਇਹ ਨਾਲ ਦੀ ਨਾਲ ਉੱਧਰ ਮੈਦਾਨੀ ਇਲਾਕਿਆਂ ਤੋਂ ਦੀ ਤਿੱਬਤ ਦੀ ਪਠਾਰ ਵੱਲ ਜਾਂਦੀਆਂ। ਤਿੱਬਤ ਦੀ ਪਠਾਰ ਗਰਮ ਹੋ ਜਾਂਦੀ ਹੈ, ਘੱਟ ਹਵਾ ਦਾ ਦਬਾਅ ਬਣ ਜਾਂਦਾ ਇੱਥੇ, ਅਤੇ ਇਹ ਪੱਛਮੀ ਜੈਟ ਸਟਰੀਮ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਜਾਂ ਖਿੱਚਦਾ ਹੈ। ਅਤੇ ਹਿਮਾਲਯ ਦੇ ਪਰਬਤ ਉੱਚੇ ਹੋਣ ਕਰਕੇ, ਹਿਮਾਲਯ ਦੇ ਪਹਾੜ ਉੱਚੇ ਹੋਣ ਕਰਕੇ ਜਿਹੜੀ ਪੱਛਮੀ ਜੈਟ ਦੀ
ਮੂਵਮੈਂਟ ਹੈ ਉਹ ਰੁਕ ਜਾਂਦੀ ਹੈ, ਉਸ ਤੋਂ ਅੱਗੇ ਨਹੀਂ ਵੱਧ ਪਾਉਂਦੀ। ਪਰ ਜਿਉਂ-ਜਿਉਂ ਹਵਾ ਦਾ ਦਬਾਅ ਘਟਦਾ ਜਾਂਦਾ, ਇੰਨੀ ਫੋਰਸ ਬਣ ਜਾਂਦੀ ਹੈ ਕਿ ਜਿਹੜੀ ਪੱਛਮੀ ਜੈੱਟ ਹੈ ਹਿਮਾਲਿਆ ਦੇ ਨਾਲ ਉਹ ਕਾਫੀ ਸਮਾਂ ਪਾ ਕੇ ਉਹਦੀ ਹਲਚਲ ਵੱਧ ਜਾਂਦੀ ਹੈ। ਜਿਵੇਂ ਹੀ ਜਿਹੜੀ ਇਸ ਜੈੱਟ ਸਟਰੀਮ ਦੀ ਹਰਕਤ ਅਚਾਨਕ ਤੇਜ਼ ਹੁੰਦੀ ਹੈ ਤਾਂ ਇਸੇ ਨਾਲ ਹੀ ਮੌਨਸੂਨ ਜਿਹੜੀਆਂ ਪਾਉਣਾ ਉਹ ਭਾਰਤੀ ਮੈਦਾਨਾਂ ਵਿੱਚ ਮੀਂਹ ਪਾਉਣਾ ਅਚਾਨਕ ਸ਼ੁਰੂ ਕਰ ਦਿੰਦੀਆਂ। ਅਤੇ ਇਸੇ ਤਰ੍ਹਾਂ ਉਲਟ ਹੁੰਦਾ ਜਦੋਂ ਉੱਤਰ ਪੂਰਬੀ ਮਾਨਸੂਨ ਪਾਉਣਾ ਹੁੰਦੀਆਂ। ਆਹ ਦੇਖੋ ਨਕਸ਼ੇ 'ਚ ਬੇਟਾ, ਮਾਨਸੂਨ ਪਾਉਣਾ ਦੀ ਦਿਸ਼ਾ ਕੀ ਹੁੰਦੀ ਹੈ। ਇਹ ਤੁਹਾਡੇ ਦਿਮਾਗ 'ਚ ਹੁਣ ਬਹਿ ਗਿਆ ਨਾ, ਤਾਂ ਸਾਰੀ ਉਮਰ ਤੁਹਾਡੇ ਦਿਮਾਗ 'ਚੋਂ ਨਿਕਲਣਾ ਨਹੀਂ। ਬੰਗਾਲ ਦੀ ਖਾੜੀ ਦੇਖੋ, ਇੱਥੋਂ ਇਹ ਪੈਦਾ ਹੁੰਦੀਆਂ, ਆਪਣੇ ਇੱਥੋਂ ਆਉਂਦੀਆਂ, ਅਤੇ 20 ਮਈ ਦੀ ਦਿਸ਼ਾ ਦੇਖੋ ਇੱਧਰ ਕਿਵੇਂ ਹੁੰਦੀ ਹੈ, 20 ਮਈ ਦੀ ਹਾਲਤ ਇਹਦੀ। ਅਤੇ ਉਸ ਤੋਂ ਗਾਂ 25 ਮਈ 'ਤੇ ਸ਼੍ਰੀਲੰਕਾ ਕਰੋਸ ਕਰਦੀਆਂ। 1 ਜੂਨ ਨੂੰ ਲਗਭਗ 1 ਜੂਨ ਦੇ ਕੇਰਲ ਦੇ ਤੱਟ ਨਾਲ ਟਕਰਾਉਂਦੀਆਂ ਅਤੇ ਹੌਲੀ ਹੌਲੀ ਐਡਵਾਂਸ ਹੁੰਦੀਆਂ ਜਾਂਦੀਆਂ। ਦੇਖੋ ਥੱਲੋਂ ਦੱਖਣ ਵੱਲੋਂ 5 ਜੂਨ ਨੂੰ ਕਿੱਥੋਂ ਤੱਕ ਆ ਜਾਂਦੀਆਂ, 10 ਜੂਨ ਨੂੰ ਇਹਨਾਂ ਦੀ ਦਿਸ਼ਾ ਦੇਖੋ। ਬਾਕੀ ਦੇਸ਼ਾਂ ਵਿੱਚ ਵੀ ਦੇਖੋ ਇਹ ਮੌਨਸੂਨ ਪਾਉਣਾ ਚੱਲਦੀਆਂ। ਜਾਪਾਨ ਤੱਕ ਇਹਨਾਂ ਦਾ ਅਸਰ ਹੈ। ਅਤੇ 15 ਜੂਨ ਦੀ ਸਥਿਤੀ ਦੇਖੋ ਮੱਧ ਭਾਰਤ ਤੱਕ ਆ ਗਈਆਂ। ਅਤੇ ਉਸ ਤੋਂ ਗਾਂ 1 ਜੁਲਾਈ ਤੱਕ ਇਹ ਸਾਰੇ ਭਾਰਤ ਨੂੰ, ਜਾਂ 1 ਜੁਲਾਈ ਤੋਂ 15 ਜੁਲਾਈ ਦੇ ਵਿੱਚ ਸਾਰੇ ਭਾਰਤ ਨੂੰ ਕਵਰ ਕਰਦੀਆਂ। ਪਰ ਇਸ ਸਾਲ ਬੇਟਾ ਇਹ 2021 ਵਿੱਚ ਲਗਭਗ 2 ਹਫ਼ਤੇ ਪਹਿਲਾਂ ਇਹ ਆਪਣਾ ਸਫ਼ਰ ਤੈਅ ਕਰ ਰਹੀਆਂ ਅਤੇ ਪੂਰੇ ਭਾਰਤ ਨੂੰ ਕਵਰ ਕਰਨ ਲੱਗੀਆਂ। ਅਤੇ ਇਹ ਦੇਖੋ ਨਕਸ਼ਾ ਪੂਰਾ ਦਿਮਾਗ ਵਿੱਚ ਬਿਠਾ ਲੈਣਾ, ਦੱਖਣ ਪੱਛਮੀ ਮਾਨਸੂਨ ਪਾਉਣਾ ਕਿਸ ਤਰ੍ਹਾਂ ਚੱਲਦੀਆਂ। ਠੀਕ ਹੈ ਬੇਟੇ। ਹੁਣ ਉਸ ਤੋਂ ਅੱਗੇ ਆਪਾਂ ਅਗਲੇ ਤੱਤਾਂ ਦੀ ਗੱਲ ਕਰੀਏ। ਮਾਨਸੂਨ ਪਾਉਣਾ ਦੇ ਆਉਣ ਦੇ ਜ਼ਿੰਮੇਵਾਰ ਕਾਰਨਾਂ ਵਿੱਚ ਅੱਗੇ ਆਪਾਂ ਜ਼ਿਕਰ ਕਰਦੇ ਹਾਂ ਗਰਮੀਆਂ ਦੀ ਰੁੱਤ ਦੀ। ਗਰਮੀਆਂ ਵਿੱਚ ਕੀ ਹੁੰਦਾ, ਸੂਰਜ ਉੱਤਰ ਵੱਲ ਸਿੱਧਾ ਚਮਕਣਾ ਸ਼ੁਰੂ ਹੁੰਦਾ, ਯਾਨੀ ਆਪਣੀ ਜਿਹੜੀ ਕਰਕ ਦੀ ਰੇਖਾ ਇਹਦੇ 'ਤੇ ਸਿੱਧਾ ਚਮਕ ਰਿਹਾ ਹੁੰਦਾ। 21 ਜੂਨ ਨੂੰ ਇਹ ਦਿਨ ਹੁੰਦਾ ਜਦੋਂ ਕਰਕ ਰੇਖਾ 'ਤੇ ਸਿੱਧਾ ਚਮਕ ਰਿਹਾ ਹੁੰਦਾ। ਅਤੇ ਇਹਦੇ ਨਤੀਜਤਨ ਕੀ ਹੁੰਦਾ, ਘੱਟ ਹਵਾ ਦੇ ਦਾਬ ਦੀ ਪਿਲਟ ਬਣ ਜਾਂਦੀ ਹੈ, ਉਹ ਉੱਤਰ ਵੱਲ ਨੂੰ ਖਿਸਕ ਜਾਂਦੀ ਹੈ। ਅਤੇ ਇਸੇ ਕਰਕੇ ਉੱਤਰੀ ਭਾਰਤ ਵਿੱਚ ਘੱਟ ਦਬਾਅ ਦਾ ਖੇਤਰ ਬਣ ਜਾਂਦਾ। ਅਤੇ ਜਿੱਥੇ ਘੱਟ ਦਬਾਅ ਦਾ ਬੇਟੇ ਖੇਤਰ ਬਣਦਾ ਹੁੰਦਾ ਉੱਧਰ ਨੂੰ ਠੰਡੀਆਂ ਹਵਾਵਾਂ ਲਾਜ਼ਮੀ ਹੀ ਚੱਲਦੀਆਂ ਹਨ। ਅਤੇ ਇਸੇ ਕਰਕੇ ਫਿਰ ਮੌਨਸੂਨ ਪਾਉਣਾ ਉੱਤਰ ਭਾਰਤ ਵੱਲ ਨੱਚਦੀਆਂ ਆਉਂਦੀਆਂ। ਲਾਸਟ ਵਿੱਚ ਗੱਲ ਕਰੀਏ ਤਿੱਬਤ ਦੇ ਪਠਾਰ ਦੀ। ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜੈੱਟ ਸਟਰੀਮ ਵੇਲੇ ਕਿ ਉਹਦੇ ਖਿਸਕਣ ਵਿੱਚ ਇਹਦੇ ਗਰਮ ਹੋਣਾ ਬਹੁਤ ਅਸਰ ਪਾਉਂਦਾ। ਇਹ ਪਹਾੜੀਆਂ ਦੇ ਉੱਪਰ ਉਚਾਈ 'ਤੇ ਤਿੱਬਤ ਦਾ ਪਠਾਰ ਹੈ। ਇਹ ਗਰਮੀਆਂ ਦੇ ਮਹੀਨਿਆਂ ਵਿੱਚ ਗਰਮ ਹੋ ਜਾਂਦਾ ਅਤੇ ਇਸ ਦੀ ਉੱਪਰਲੀ ਹਵਾ ਜਿਹੜੀ ਹੈ ਉਹ ਗਰਮ ਹੋ ਕੇ ਉੱਪਰ ਨੂੰ ਉੱਠ ਜਾਂਦੀ ਹੈ ਅਤੇ ਇੱਥੇ ਘੱਟ ਦਬਾਅ, ਹਵਾ ਦੇ ਘੱਟ ਦਬਾਅ ਦਾ ਖੇਤਰ ਬਣ ਜਾਂਦਾ। ਅਤੇ ਇੱਕ ਬੈਲਟ ਜਿਹੜੀ ਹੈ ਉਹ ਘੱਟ ਪ੍ਰੈਸ਼ਰ ਦੀ ਹੁੰਦੀ ਹੈ ਅਤੇ ਨਮੀ ਵਾਲੀਆਂ ਹਵਾਵਾਂ ਨੂੰ ਇਹ ਆਪਣੇ ਵੱਲ ਖਿੱਚਦੀ ਹੈ, ਜਿਹੜੀਆਂ ਕਿ ਮਹਾਸਾਗਰਾਂ ਤੋਂ ਆ ਰਹੀਆਂ ਹੁੰਦੀਆਂ, ਅਤੇ ਉਹੀ ਮਾਨਸੂਨ ਦੇ ਸ਼ੁਰੂ ਹੋਣ ਦਾ ਕਾਰਨ ਬਣਦੀਆਂ। ਇਸ ਤਰ੍ਹਾਂ ਆਪਾਂ ਭਾਰਤ ਵਿੱਚ ਹੋਣ ਵਾਲੇ ਮੀਂਹ ਨੂੰ ਸਹਿ-ਸੰਬੰਧਿਤ ਕਰ ਸਕਦੇ ਹਾਂ ਤਿੱਬਤ ਦੀ ਪਠਾਰ ਦੀ ਗਰਮ ਹੋਣ ਨਾਲ। ਸਮਝ ਗਏ ਬੇਟਾ। ਅੱਗੇ ਬੇਟਾ ਆਪਾਂ ਗੱਲ ਕਰ ਲਈਏ ਕੋਰੀਓਲਿਸ ਫੋਰਸ ਦੀ। ਧਰਤੀ ਦੀ ਦੈਨਿਕ ਗਤੀ ਦੇ ਕਾਰਨ ਤੁਹਾਨੂੰ ਪਤਾ ਹੀ ਹੈ ਧਰਤੀ ਕਿਵੇਂ ਘੁੰਮਦੀ ਹੈ, ਪੱਛਮ ਤੋਂ ਪੂਰਬ ਵੱਲ। ਅਤੇ ਉੱਤਰੀ ਅਰਧ ਗੋਲੇ ਵਿੱਚ ਜਿਹੜੀਆਂ ਹਵਾਵਾਂ ਹੁੰਦੀਆਂ ਅਤੇ ਹੋਰ ਵੀ ਜੇ
ਕੋਈ ਸੁਤੰਤਰ ਵਗਦੇ ਵੇਗ ਹੁੰਦੇ ਹੈ ਉਹ ਆਪਣੇ ਸੱਜੇ ਪਾਸੇ ਮੁੜ ਜਾਂਦੇ ਹੈ। ਇੱਕ ਸਾਇੰਟਿਸਟ ਹੋਏ ਆ ਫੈਰਲ, ਉਹਨਾਂ ਨੇ ਸਿਧਾਂਤ ਪੇਸ਼ ਕੀਤਾ ਸੀ ਕਿ ਇਹ ਆਪਣੇ ਕੇਂਦਰਕ ਨਾਲ ਜਾਂ ਆਪਾਂ ਰੋਟੇਸ਼ਨ ਕੋਈ ਚੀਜ਼ ਕਰਦੀ ਹੈ ਉਹਦਾ ਐਕਸਿਸ ਹੁੰਦਾ ਰੋਟੇਸ਼ਨ ਦਾ, ਉਹਦੇ ਨਾਲ ਇਹਦਾ ਸੰਬੰਧ ਹੁੰਦਾ। ਯਾਨੀ ਉੱਤਰ ਵਾਲੇ ਪਾਸੇ ਉੱਤਰੀ ਗੋਲਾਰਧ ਵਿੱਚ ਹਵਾਵਾਂ ਜਾਂ ਹੋਰ ਵਗਦੇ ਵੇਗ ਉਹ ਸੱਜੇ ਪਾਸੇ ਮੁੜਦੇ ਆ ਅਤੇ ਦੱਖਣੀ ਅਰਧ-ਗੋਲੇ ਵਿੱਚ ਉਹ ਆਪਣੇ ਖੱਬੇ ਪਾਸੇ ਮੁੜ ਜਾਂਦੇ ਆ। ਇਸ ਨੂੰ ਫੈਰਲ ਦਾ ਨਿਯਮ, ਕੋਰੀਓਲਿਸ ਸ਼ਕਤੀ ਜਾਂ ਧਰਤੀ ਦੀ ਵਿਖੰਪ ਸ਼ਕਤੀ ਵੀ ਕਹਿੰਦੇ ਹਨ। ਅਤੇ ਇਹ ਚੱਕਰਵਾਤੀ ਮੌਸਮ ਪ੍ਰਣਾਲੀਆਂ ਦੇ ਬਣਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਇਹ ਨਿਯਮ। ਯਾਦ ਰੱਖਿਓ ਕੋਰੀਓਲਿਸ ਫੋਰਸ। ਮਾਨਸੂਨ ਬੇਟਾ ਦੋ ਤਰ੍ਹਾਂ ਦੀਆਂ ਹੁੰਦੀਆਂ, ਗਰਮੀਆਂ ਦੀਆਂ ਮਾਨਸੂਨ ਪੌਣਾ ਜਿਨ੍ਹਾਂ ਨੂੰ ਆਪਾਂ ਦੱਖਣ ਪੱਛਮ ਦੀਆਂ ਮਾਨਸੂਨ ਪੌਣਾ ਕਹਿੰਦੇ ਹਾਂ, ਅਤੇ ਸਰਦੀਆਂ ਵਿੱਚ ਚੱਲਣ ਵਾਲੀਆਂ ਮਾਨਸੂਨ ਪੌਣਾ ਜਿਨ੍ਹਾਂ ਨੂੰ ਆਪਾਂ ਉੱਤਰ ਪੂਰਬ ਦੀਆਂ ਮਾਨਸੂਨ ਪੌਣਾ ਕਹਿੰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਗਰਮੀਆਂ ਦੀਆਂ ਮਾਨਸੂਨ ਪੌਣਾ ਦੀ। ਇਹ ਪੌਣਾ ਕਦੋਂ ਸ਼ੁਰੂ ਹੁੰਦੀਆਂ? ਜੂਨ 'ਚ ਸ਼ੁਰੂ ਹੁੰਦੀਆਂ ਅਤੇ ਕਦੋਂ ਤੱਕ ਚੱਲਦੀਆਂ? ਲਗਭਗ ਸਤੰਬਰ ਦੇ ਅੱਧ ਤੱਕ। ਇਹ ਕਿਉਂ ਚੱਲਦੀਆਂ? ਕਿਉਂਕਿ ਜ਼ਮੀਨ ਅਤੇ ਸਮੁੰਦਰ ਇਹਨਾਂ ਦੋਨਾਂ ਦੇ ਤਾਪਮਾਨ ਵਿੱਚ ਗਰਮੀਆਂ ਵਿੱਚ ਅੰਤਰ ਪੈ ਜਾਂਦਾ। ਅਤੇ ਤੁਹਾਨੂੰ ਪਤਾ ਹੀ ਹੈ ਭਾਰਤ ਵਿੱਚ ਕਰਕ ਰੇਖਾ ਲੰਘਦੀ ਹੈ। 21 ਜੂਨ ਨੂੰ ਕਰਕ ਰੇਖਾ 'ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਅਤੇ ਭਾਰਤ ਦਾ ਉੱਤਰੀ ਹਿੱਸਾ ਹੌਲੀ ਹੌਲੀ ਜ਼ਿਆਦਾ ਗਰਮ ਹੋਣਾ ਸ਼ੁਰੂ ਹੋ ਜਾਂਦਾ। ਅਤੇ ਇਹਦੇ ਨਾਲ ਕੀ ਹੁੰਦਾ, ਸਮੁੰਦਰ 'ਤੇ ਵੱਧ ਵਾਯੂ ਦਾਬ ਹੁੰਦਾ ਅਤੇ ਭਾਰਤ ਦੇ ਉੱਤਰੀ ਹਿੱਸੇ 'ਤੇ ਘੱਟ ਵਾਯੂ ਦਾਬ ਹੁੰਦਾ। ਅਤੇ ਤਾਪਮਾਨ ਦੇ ਫਰਕ ਕਰਕੇ ਅਤੇ ਵਾਯੂ ਦਾਬ ਦੇ ਫਰਕ ਕਰਕੇ ਇਹ ਹਵਾਵਾਂ ਸਾਗਰਾਂ ਤੋਂ, ਯਾਨੀ ਕਿਹੜੇ ਕਿਹੜੇ ਸਾਗਰ ਤੋਂ ਤੁਹਾਨੂੰ ਪਤਾ ਹੀ ਹੈ, ਬੰਗਾਲ ਦੀ ਖਾੜੀ ਅਤੇ ਅਰਬ ਸਾਗਰ, ਉੱਧਰੋਂ ਇਹ ਹਵਾਵਾਂ ਜਿਹੜੀਆਂ ਜਲ ਕਣ ਲੈ ਕੇ ਆਉਂਦੀਆਂ ਅਤੇ ਪੂਰੇ ਉੱਤਰ ਪੱਛਮੀ ਭਾਰਤ ਵਿੱਚ ਇਹ ਮੀਂਹ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ। ਭਾਰਤ ਦੇ ਵਿੱਚ ਮਾਨਸੂਨ ਪੌਣਾ ਜਿਹੜੀਆਂ ਗਰਮੀਆਂ ਦੀਆਂ ਉਹ ਲਗਭਗ 90% ਮੀਂਹ ਪਾਉਂਦੀਆਂ। ਭਾਰਤੀ ਜਿਹੜੀਆਂ ਮਾਨਸੂਨ ਪੌਣਾ ਗਰਮੀਆਂ ਦੀਆਂ ਇਹ ਟੋਟਲ ਮਾਨਸੂਨ ਵਰਖਾ ਦਾ 90% ਗਰਮੀਆਂ ਵਿੱਚ ਹੀ ਪਾਉਂਦੀਆਂ ਹਨ। ਅੱਗੇ ਸਰਦੀਆਂ ਦੀਆਂ ਮਾਨਸੂਨ ਪੌਣਾ ਜਾਂ ਉੱਤਰ ਪੂਰਬੀ ਮਾਨਸੂਨ ਪੌਣਾ, ਇਹ ਸ਼ੁਰੂ ਹੁੰਦੀਆਂ ਸਤੰਬਰ ਦੇ ਪਹਿਲੇ ਇੱਕ ਹਫ਼ਤੇ ਦੇ ਕਰੀਬ। ਇਹ ਹੌਲੀ ਹੌਲੀ ਪਿੱਛੇ ਹੋਣੀਆਂ ਸ਼ੁਰੂ ਹੋ ਜਾਂਦੀਆਂ। ਦੱਖਣ ਪੱਛਮ ਵੱਲੋਂ ਆਈਆਂ ਹੁੰਦੀਆਂ ਨਾ, ਇਹ ਉੱਧਰ ਨੂੰ ਹੀ ਵਾਪਸ ਮੁੜਨੀਆਂ ਉੱਤਰ ਪੂਰਬ ਵਾਲੀ ਦਿਸ਼ਾ ਤੋਂ ਸ਼ੁਰੂ ਹੋ ਜਾਂਦੀਆਂ। ਅਤੇ ਅਕਤੂਬਰ ਦੇ ਮੱਧ ਤੱਕ ਇਹ ਜਿਹੜਾ ਆਪਣਾ ਪ੍ਰਾਇਦੀਪ ਆ ਇਹਦੇ ਉੱਤਰ ਵਾਲੇ ਪਾਸੇ ਅੱਧ ਤੋਂ ਵੀ ਜ਼ਿਆਦਾ ਕਰੋਸ ਕਰ ਜਾਂਦੀਆਂ, ਦੱਖਣ ਵਾਲੇ ਪਾਸੇ ਨੂੰ ਆ ਜਾਂਦੀਆਂ। ਅਤੇ ਉੱਤਰ ਤੋਂ ਦੱਖਣ ਵੱਲ ਇਹਦਾ ਵਧਣਾ ਤੇਜ਼ੀ ਨਾਲ ਸ਼ੁਰੂ ਹੋ ਜਾਂਦਾ ਦਸੰਬਰ ਦੇ ਪਹਿਲੇ ਹਫ਼ਤੇ 'ਚ ਜਾ ਕੇ, ਅਤੇ ਫਿਰ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਇਹ ਕਾਫੀ ਤੇਜ਼ੀ ਨਾਲ ਪਿੱਛੇ ਮੁੜ ਜਾਂਦੀਆਂ ਹਨ। ਇਹਨੂੰ ਆਪਾਂ ਫਿਰ ਇੱਥੇ ਕਹਿ ਦਿੰਦੇ ਹਾਂ ਸਰਦੀਆਂ ਦੀ ਰੁੱਤ ਵੀ ਸ਼ੁਰੂ ਹੋ ਜਾਂਦੀ ਹੈ। ਬੇਟਾ ਘੱਟ ਮੁੜਦੀਆਂ ਹੋਈਆਂ ਇਹ ਸਰਦੀਆਂ ਦੀਆਂ ਮਾਨਸੂਨ ਪੌਣਾ ਵੀ ਨਹੀਂ, ਇਹ ਵਾਪਸ ਜਾਂਦੀਆਂ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਹੁੰਦੀਆਂ ਹੋਈਆਂ ਨਮੀ ਦੀ ਮਾਤਰਾ ਲੈ ਜਾਂਦੀਆਂ, ਕਾਫੀ ਨਮੀ ਲੈ ਜਾਂਦੀਆਂ ਆਪਣੇ ਰਸਤੇ 'ਚੋਂ। ਅਤੇ ਅਕਤੂਬਰ ਤੱਕ ਇਹ ਆਪਣੇ ਦੱਖਣੀ ਰਾਜਾਂ ਵਿੱਚ ਪਹੁੰਚ ਜਾਂਦੀਆਂ ਅਤੇ ਉੱਥੇ ਦੂਜੀ ਲਹਿਰ ਯਾਨੀ ਕਿ ਆਪਣੇ ਵਰਖਾ ਦੇ ਦੂਸਰੇ ਦੌਰ ਲਈ ਜ਼ਿੰਮੇਵਾਰ ਹੁੰਦੀਆਂ। ਯਾਨੀ ਆਉਂਦੀਆਂ ਹੋਈਆਂ ਵੀ ਮੀਂਹ ਪਾਉਂਦੀਆਂ ਅਤੇ ਜਾਂਦੀਆਂ ਹੋਈਆਂ ਵੀ ਇਹ ਮੀਂਹ ਪਾਉਂਦੀਆਂ। ਅਤੇ ਇੱਥੇ ਇਹਨਾਂ ਨੂੰ ਸਰਦੀਆਂ ਦੀਆਂ ਮਾਨਸੂਨ ਪੌਣਾ ਕਿਹਾ ਜਾਂਦਾ ਹੈ। ਅਤੇ ਕਿਹੜੇ ਰਾਜਾਂ ਵਿੱਚ ਇਹਨਾਂ ਦਾ ਮੀਂਹ ਪੈਂਦਾ, ਇਹਨਾਂ ਨਾਲ ਕਰਨਾਟਕਾ, ਤਮਿਲਨਾਡੂ, ਕੇਰਲ ਅਤੇ ਆਂਧਰਾ ਪ੍ਰਦੇਸ਼ ਵਿੱਚ ਜ਼ਿਆਦਾ ਇਹਨਾਂ ਦਾ ਅਸਰ ਵੇਖਿਆ ਜਾਂਦਾ ਹੈ। ਨਵੰਬਰ ਤੋਂ ਦਸੰਬਰ ਦੇ ਮਹੀਨੇ ਵਿੱਚ ਇਹ ਇਹਨਾਂ ਰਾਜਾਂ ਵਿੱਚ ਮੀਂਹ ਪਾਉਂਦੀਆਂ
ਇਹਨਾਂ ਦਾ ਭਾਰਤੀ ਖੇਤੀਬਾੜੀ 'ਤੇ ਬਹੁਤ ਅਸਰ ਹੁੰਦਾ ਹੈ ਅਤੇ ਕਾਫੀ ਉਦਯੋਗਾਂ ਲਈ ਵੀ ਇਹ ਲਾਹੇਵੰਦ ਹੁੰਦੀਆਂ, ਜਿਵੇਂ ਸੂਤੀ ਕੱਪੜੇ ਦਾ ਉਦਯੋਗ, ਖੰਡ ਦਾ ਉਦਯੋਗ, ਵਨਸਪਤੀ ਘਿਓ ਦਾ ਉਦਯੋਗ। ਇਹਨਾਂ 'ਤੇ ਕਾਫੀ ਇਹਨਾਂ ਪੌਣਾਂ ਦਾ ਅਸਰ ਹੁੰਦਾ ਹੈ, ਯਾਨੀ ਲਾਹੇਵੰਦ ਹੁੰਦੀਆਂ ਹਨ। ਰਿਵੀਜ਼ਨ ਦੇ ਤੌਰ 'ਤੇ ਫਿਰ ਗੱਲ ਕਰ ਲਈਏ ਕਿ ਸਰਦੀਆਂ ਵਿੱਚ ਮਾਨਸੂਨ ਦੀਆਂ ਪੌਣਾਂ ਵਾਪਸ ਮੁੜਦੀਆਂ ਹਨ। ਇਹ ਦੱਖਣ ਪੱਛਮੀ ਮਾਨਸੂਨ ਪੌਣਾਂ ਦਾ ਵਾਪਸ ਆਉਣਾ ਹੀ ਹੁੰਦਾ ਹੈ। ਸ਼ੁਰੂ ਹੁੰਦੀਆਂ ਇਹ ਸਤੰਬਰ ਦੇ ਅੱਧ ਵਿੱਚ ਅਤੇ ਲਗਭਗ ਨਵੰਬਰ ਤੱਕ ਵਾਪਸ ਮੁੜਦੀਆਂ ਅਤੇ ਜਨਵਰੀ ਤੱਕ ਇਹਨਾਂ ਦਾ ਵਾਪਸ ਮੁੜਨਾ ਜਾਰੀ ਰਹਿੰਦਾ ਹੈ। 3 ਮਹੀਨੇ ਦਾ ਲੰਬਾ ਪ੍ਰੋਸੈਸ ਹੁੰਦਾ, ਜਿਹੜਾ ਕਿ ਪ੍ਰਾਇਦੀਪ ਤੋਂ ਸ਼ੁਰੂ ਹੁੰਦਾ ਅਕਤੂਬਰ ਵਿੱਚ ਅਤੇ ਦਸੰਬਰ ਵਿੱਚ ਦੱਖਣ ਪੂਰਬੀ ਭਾਰਤ ਵਿੱਚ ਚਰਮ ਸੀਮਾ 'ਤੇ ਪਹੁੰਚ ਜਾਂਦਾ ਹੈ। ਅਸਮਾਨ ਜਿਹੜਾ ਹੈ, ਸਾਊਥ ਵੈਸਟ ਮਾਨਸੂਨ ਜਦੋਂ ਵਾਪਸ ਮੁੜਦੀਆਂ, ਦੱਖਣ ਪੱਛਮੀ ਪੌਣਾਂ ਵਾਪਸ ਮੁੜਦੀਆਂ, ਉਦੋਂ ਸਾਫ਼ ਹੋ ਜਾਂਦਾ ਹੈ। ਕੋਰੋਮੰਡਲ ਦੇ ਤੱਟ ਤੋਂ ਮਹੀਨਾ ਕਿਹੜਾ ਹੁੰਦਾ ਦਸੰਬਰ ਦਾ, ਦਸੰਬਰ ਦੇ ਅੱਧ ਵਿੱਚ ਉੱਥੇ ਕੋਰੋਮੰਡਲ ਦੇ ਤੱਟ ਤੋਂ ਇਹ ਅਸਮਾਨ ਸਾਫ਼ ਹੋ ਜਾਂਦਾ ਹੈ। ਅਤੇ ਪੰਜਾਬ ਵਿੱਚ ਦੱਖਣ ਪੱਛਮੀ ਮਾਨਸੂਨ ਪੌਣਾਂ ਸਤੰਬਰ ਦੇ ਦੂਸਰੇ ਹਫ਼ਤੇ 'ਚ ਸ਼ੁਰੂ ਹੋ ਜਾਂਦੀਆਂ। ਧਿਆਨ ਰੱਖਿਓ ਬੇਟਾ, ਪੰਜਾਬ ਵਿੱਚ ਦੱਖਣ ਪੱਛਮੀ ਦੀਆਂ ਮਾਨਸੂਨ ਪੌਣਾਂ ਸਤੰਬਰ ਦੇ ਦੂਜੇ ਹਫ਼ਤੇ ਤੋਂ ਵਾਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤਾਪਮਾਨ ਇਸ ਸਮੇਂ ਦੌਰਾਨ ਕਾਫੀ ਡਿੱਗਣੇ ਸ਼ੁਰੂ ਹੋ ਜਾਂਦੇ ਹੈ, ਅਸਮਾਨ ਸਾਫ਼ ਰਹਿਣਾ ਸ਼ੁਰੂ ਹੁੰਦਾ ਹੈ। ਅਤੇ ਇੱਕ ਹੋਰ ਚੀਜ਼ ਹੁੰਦੀ ਬੇਟਾ, ਭਾਰਤੀ ਜਿਹੜੇ ਸਮੁੰਦਰ ਹੈ, ਖਾਸ ਤੌਰ 'ਤੇ ਬੇ ਆਫ ਬੰਗਾਲ ਦੀ ਖਾੜੀ ਵਿੱਚ ਊਸ਼ਣ ਕਟਬੰਧੀ ਯਾਨੀ ਆਪਣਾ ਇਲਾਕਾ ਊਸ਼ਣ ਕਟਬੰਧ ਦਾ ਇਲਾਕਾ, ਇੱਥੇ ਚੱਕਰਵਾਤ, ਭਿਅੰਕਰ ਚੱਕਰਵਾਤ ਬਣਨੇ ਸ਼ੁਰੂ ਹੋ ਜਾਂਦੇ, ਤੂਫਾਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਚੱਕਰਵਾਤੀ ਤੂਫਾਨ ਬਣਨੇ ਸ਼ੁਰੂ ਹੋ ਜਾਂਦੇ ਹੈ ਜਦੋਂ ਇਹ ਮਾਨਸੂਨ ਪੌਣਾਂ ਇਸ ਰੁੱਤ ਵਿੱਚ ਵਾਪਸ ਮੁੜਦੀਆਂ। ਬੰਗਾਲ ਦੀ ਖਾੜੀ 'ਤੇ ਹਵਾ ਦਾ ਦਬਾਅ ਬਹੁਤ ਘੱਟ ਜਾਂਦਾ ਅਤੇ ਇਸੇ ਕਰਕੇ ਇਹ ਤੂਫਾਨ ਉੱਥੇ ਕਾਫੀ ਤਬਾਹੀ ਮਚਾਉਂਦੇ ਹਨ। ਟ੍ਰੋਪੀਕਲ ਰੀਜਨ ਬੇਟਾ ਯਾਦ ਰੱਖਣ ਵਾਲੀ ਗੱਲ ਹੈ, ਯਾਦ ਰੱਖਿਓ ਟ੍ਰੋਪੀਕਲ ਰੀਜਨ ਜਾਂ ਊਸ਼ਣ ਕਟਬੰਧੀ ਖੇਤਰ ਕਿਹੜੇ ਹੁੰਦੇ ਹੈ, ਭੂਮੱਧ ਰੇਖਾ ਦੇ ਉੱਤਰ ਵਾਲੇ ਪਾਸੇ, ਉੱਤਰੀ ਗੋਲਾਰਧ ਵਾਲੇ ਪਾਸੇ ਕਰਕ ਰੇਖਾ ਤੱਕ, ਅਤੇ ਭੂਮੱਧ ਰੇਖਾ ਦੇ ਦੱਖਣ ਵਾਲੇ ਪਾਸੇ ਯਾਨੀ ਦੱਖਣੀ ਗੋਲਾਰਧ ਵਿੱਚ ਮਕਰ ਰੇਖਾ ਤੱਕ ਦੇ ਜਿਹੜੇ ਇਲਾਕੇ ਹੈ ਇਹ ਟ੍ਰੋਪੀਕਲ ਰੀਜਨ ਕਹਾਉਂਦੇ ਹੈ, ਊਸ਼ਣ ਕਟਬੰਧੀ ਖੇਤਰ ਕਹਾਉਂਦੇ ਹੈ। ਯਾਦ ਰੱਖਣਾ ਬੇਟਾ, ਇਹ ਜ਼ਰੂਰੀ ਹੈ। ਹੁਣ ਲਾਸਟ ਵਿੱਚ ਮਾਨਸੂਨ ਪੌਣਾਂ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਆਪਾਂ ਕਰ ਲਈਏ ਵੀ। ਇੱਕ ਤਾਂ ਆਪਣੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਜਾਂ ਪਿੱਛੋਂ ਕਦੇ ਵੀ ਆ ਸਕਦੀਆਂ, ਇਹ ਬਹੁਤ ਜ਼ਿਆਦਾ ਵਰਖਾ ਕਰਦੀਆਂ ਅਤੇ ਕਿਸੇ ਸਾਲ ਕਮਜ਼ੋਰ ਵੀ ਹੋ ਜਾਂਦੀਆਂ ਅਤੇ ਘੱਟ ਵਰਖਾ ਕਰਦੀਆਂ। ਜ਼ਿਆਦਾ ਵਰਖਾ ਵਾਲੇ ਸਾਲ ਇਹ ਨਦੀਆਂ ਵਿੱਚ ਹੜ੍ਹ ਵੀ ਆ ਜਾਂਦੇ ਹਨ। ਜਦੋਂ ਜ਼ਿਆਦਾ ਵਰਖਾ ਹੁੰਦੀਆਂ ਜਿਹੜੇ ਸਾਲਾਂ 'ਚ ਹੜ੍ਹ ਵੀ ਲੈ ਆਉਂਦੀਆਂ, ਜਾਨੀ ਅਤੇ ਮਾਲੀ ਨੁਕਸਾਨ ਵੀ ਹੁੰਦਾ। ਅਤੇ ਜਦੋਂ ਘੱਟ ਵਰਖਾ ਹੁੰਦੀ ਹੈ ਉਦੋਂ ਸੋਕਾ ਵੀ ਪੈ ਜਾਂਦਾ, ਫਸਲਾਂ ਮਾਰੀਆਂ ਜਾਂਦੀਆਂ। ਅਤੇ ਕਈ ਵਾਰੀ ਇਹ ਪੌਣਾਂ ਲਗਾਤਾਰ ਨਹੀਂ ਚੱਲਦੀਆਂ, ਕਈ ਵਾਰੀ ਰੁਕ ਵੀ ਜਾਂਦੀਆਂ, ਜਿਸ ਕਰਕੇ ਵਰਖਾ ਵਿੱਚ ਰੁਕਾਵਟ ਵੀ ਪੈ ਜਾਂਦੀ ਹੈ। ਆਸ ਹੈ ਬੇਟਾ ਤੁਹਾਨੂੰ ਮੌਨਸੂਨ ਬਾਰੇ ਜਾਣਕਾਰੀ ਬਹੁਤ ਚੰਗੀ ਲੱਗੀ ਹੋਵੇਗੀ। ਧੰਨਵਾਦ ਬੇਟਾ।